ਕੱਚੇ ਮੁਲਾਜ਼ਮਾਂ ਨੂੰ ਸਰਕਾਰ ਤੇ ਰਾਜਪਾਲ ਆਮੋ ਸਾਹਮਣੇ। ਸੀਐਮ ਚੰਨੀ ਦੇ ਫਾਈਲ ਰੋਕਣ ਦੇ ਇਲਜ਼ਾਮਾਂ ਤੇ ਗਵਰਨਰ ਦਾ ਪਲਟਵਾਰ। ਕਿਹਾ ਤੱਥਹੀਣ ਗੱਲਾਂ ਦੀ ਬਜਾਏ ਨਿਯੁਕਤੀਆਂ ਦਾ ਜਵਾਬ ਦੇਵੇ ਸਰਕਾਰ। ਪੰਜਾਬ ਕਾਂਗਰਸ ਦੇ ਨਵੇਂ ਕਲੇਸ਼ ਨੂੰ ਸੁਲਝਾਉਣ ਦੇ ਲਈ ਨਵੀਂ ਕਵਾਇਦ ਸ਼ੁਰੂ। ਹਰੀਸ਼ ਚੌਧਰੀ ਨੇ ਸੱਦੀ ਚੰਨੀ ਸਿੱਧੂ ਤੇ ਜਾਖੜ ਦੀ ਮੀਟਿੰਗ। ਰਾਹੁਲ ਦੀ ਰੈਲੀ ਤੋਂ ਪਹਿਲਾਂ ਆਲ ਇਜ਼ ਵੈਲ ਕਰਨ 'ਚ ਜੁਟੀ ਪਾਰਟੀ। ਮਜੀਠੀਆ ਤੇ ਸਿੱਧੂ ਦੇ ਬਿਆਨਾਂ ਤੋਂ ਖਫਾ ਗ੍ਰਹਿ ਮੰਤਰੀ ਰੰਧਾਵਾ। ਨਿਊਜ਼ 18 ਤੇ ਬੋਲੇ ਜ਼ੁਬਾਨ ਸੰਭਾਲ ਕੇ ਰੱਖਣ ਦੀ ਜ਼ਰੂਰਤ। ਸੀਐਮ ਚਿਹਰੇ ਤੇ ਵੀ ਸਿੱਧੂ ਨੂੰ ਜਵਾਬ। ਕਿਹਾ ਕਿ ਸੀਐਮ ਤੇ ਪ੍ਰਧਾਨ ਪਾਰਟੀ ਦੇ ਲਾੜੇ ਨਹੀਂ। ਬੇਅਦਬੀ ਦੇ ਵਿਰੋਧ ਦੇ ਵਿੱਚ ਅੰਮ੍ਰਿਤਸਰ 'ਚ ਅਕਾਲੀ ਦਲ ਨੇ ਕੀਤਾ ਪੰਥਕ ਇਕੱਠ। ਪ੍ਰਕਾਸ਼ ਸਿੰਘ ਬਾਦਲ ਬੋਲੇ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਨਹੀਂ ਹੈ ਬੇਅਦਬੀ ਦਾ ਦੁੱਖ, ਖੁਦ ਕਰਨੀ ਹੋਵੇਗੀ ਧਰਮ ਦੀ ਰਾਖੀ। ਪ੍ਰਧਾਨ ਮੰਤਰੀ ਦੀ ਰੈਲੀ ਦੀਆਂ ਤਿਆਰੀਆਂ ਦੇ ਵਿਚਾਲੇ ਫਿਰੋਜ਼ਪੁਰ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੀਤਾ ਐਲਾਨ। ਕਿਹਾ ਵੱਡੇ ਪੱਧਰ ਤੇ ਕਰਾਂਗੇ ਵਿਰੋਧ। 5 ਤਰੀਕ ਨੂੰ ਫਿਰੋਜ਼ਪੁਰ ਦੇ ਵਿੱਚ ਹੋਣੀ ਹੈ ਪ੍ਰਧਾਨ ਮੰਤਰੀ ਦੀ ਰੈਲੀ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਇਸ ਬੁਲੇਟਿਨ ਦਾ ਆਗਾਜ਼ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕੋਰੋਨਾ ਦੀ। ਕੋਰੋਨਾ ਦਾ ਖਤਰਾ ਇੱਕ ਵਾਰ ਫਿਰ ਤੋਂ ਮੰਡਰਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਪਾਬੰਦੀਆਂ ਸਖਤੀਆਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ। ਖਬਰ ਚੰਡੀਗੜ੍ਹ ਤੋਂ ਹੈ। ਜੇ ਚੰਡੀਗੜ੍ਹ ਨੂੰ ਤੁਸੀਂ ਕੂਚ ਕਰਨਾ ਹੈ ਐਤਵਾਰ ਵਾਲੇ ਦਿਨ ਤਾਂ ਧਿਆਨ ਦੇ ਵਿੱਚ ਰੱਖਿਓ, ਸੁਖਨਾ ਲੇਕ ਤਾਂ ਨਹੀਂ ਜਾ ਸਕਦੇ। ਜੀ ਹਾਂ, ਵੱਡੀ ਖਬਰ ਹੈ ਇਸ ਸਮੇਂ ਚੰਡੀਗੜ੍ਹ ਦੇ ਵਿੱਚ ਕੋਵਿਡ ਦੀਆਂ ਸਖਤੀਆਂ ਵਰਤੀਆਂ ਨੇ। ਐਤਵਾਰ ਨੂੰ ਸੈਲਾਨੀਆਂ ਦੇ ਲਈ ਸੁਖਨਾ ਲੇਕ ਨੂੰ ਬੰਦ ਕਰ ਦਿੱਤਾ ਗਿਆ ਹੈ। ਸੋਮਵਾਰ ਤੋਂ ਸ਼ਨੀਵਾਰ ਤੱਕ ਵੀ ਸਮਾਂ ਤੈਅ ਕਰ ਦਿੱਤਾ ਗਿਆ ਹੈ। ਕੋਵਿਡ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ। ਸੋਮਵਾਰ ਤੋਂ ਹੀ ਇਹ ਲਾਗੂ ਹੋ ਜਾਣਗੇ ਨਵੇਂ ਨਿਯਮ। ਸਵੇਰੇ 5 ਵਜੇ ਤੋਂ 9 ਵਜੇ ਅਤੇ ਸ਼ਾਮ 6 ਵਜੇ ਤੋਂ ਰਾਤ 8 ਵਜੇ ਤੱਕ ਜਿਹੜੀ VOTING ਹੈ ਉੱਥੇ ਹੋ ਸਕੇਗੀ। ਇਸ ਸੁਖਨਾ ਲੇਕ ਨੂੰ ਲੈ ਕੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ। ਚੰਡੀਗੜ੍ਹ ਦੇ ਵਿੱਚ ਪ੍ਰਸ਼ਾਸਨ ਸਖਤ ਹੈ ਤੇ ਜਿਸ ਤਰੀਕੇ ਨਾਲ ਸੈਕੰਡ ਵੇਵ ਨੇ, ਦੂਜੀ ਲਹਿਰ ਨੇ ਕਹਿਰ ਬਰਪਾਇਆ ਸੀ ਔਰ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਗਈ ਸੀ ਕੋਰੋਨਾ ਦੇ ਕਹਿਰ ਦੇ ਦੌਰਾਨ, ਤੇ ਇਸ ਵਾਰ ਲੱਗ ਰਿਹਾ ਕਿ ਜੋ ਥਰਡ ਵੇਵ ਦਾ ਖਦਸ਼ਾ ਇਸ ਸਮੇਂ ਜਤਾਇਆ ਜਾ ਰਿਹਾ ਉਸ ਤੋਂ ਪਹਿਲਾਂ ਸਤਰਕ ਨਜ਼ਰ ਆ ਰਿਹਾ ਪ੍ਰਸ਼ਾਸਨ। ਸਿੱਧਾ ਰੁਕ ਕਰਦੇ ਹਾਂ, ਸਾਡੇ ਸਹਿਯੋਗੀ ਇਸ ਸਮੇਂ ਸਾਡੇ ਨਾਲ ਨੇ ਮਨੋਜ ਰਾਠੀ। ਮਨੋਜ, ਕੀ ਕੁਝ ਜਾਣਕਾਰੀ ਦੱਸੋ। ਜੇ ਕੋਈ ਅੱਜ ਲੁਧਿਆਣੇ ਤੋਂ ਚੰਡੀਗੜ੍ਹ ਆ ਰਿਹਾ ਹੈ ਤਾਂ ਫਿਰ ਕੀ ਕੁਝ ਜ਼ਿਹਨ ਦੇ ਵਿੱਚ ਰੱਖੇ। ਦੇਖੋ ਗੌਰਵ, ਕਿਉਂਕਿ ਜਿੱਦਾਂ ਤੁਸੀਂ ਦੱਸਿਆ ਕਿ ਥਰਡ ਵੇਵ ਦਾ ਜਿਹੜਾ ਖਤਰਾ ਹੈ ਉਹ ਜ਼ਰੂਰ ਹੈਗਾ ਔਰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਲਗਾਤਾਰ ਇਹਦੇ ਵਿੱਚ ਮੀਟਿੰਗ ਕਰਦੀ ਨਜ਼ਰ ਆ ਰਹੀ ਹੈ। ਕਿਉਂਕਿ ਜਿਹੜਾ ਸੰਡੇ ਹੈ ਤੇ ਸੰਡੇ ਦੇ ਦਿਨ ਜਿਹੜਾ ਸੁਖਨਾ ਲੇਕ ਤੇ ਤੁਸੀਂ ਜਾਓ ਤਾਂ ਦੇਖੋ ਜਿਹੜਾ ਮੌਬ ਹੈ, ਜਿਹੜਾ ਕਰਾਊਡ ਹੈ, ਬਾਹਰ ਤੋਂ ਵੀ ਜਿਹੜੇ ਟੂਰਿਸਟ ਆਉਂਦੇ ਨੇ ਜਾਂ ਫਿਰ ਜਿਹੜੇ ਲੋਕਲ ਇੱਥੇ ਦੇ ਨੇ ਆਪਣੇ ਪਰਿਵਾਰ ਦੇ ਨਾਲ ਉੱਥੇ ਜਾ ਕੇ ਇੰਜੋਏ ਕਰਦੇ ਨੇ। ਤੇ ਕੱਲ ਦਾ ਜੇ ਆਪਾਂ ਗੱਲ ਕਰੀਏ, ਕੱਲ ਦੀ ਇੱਕ ਫੋਟੋ ਵੀ ਵਾਇਰਲ ਹੋ ਰਹੀ ਸੀਗੀ ਸੁਖਨਾ ਲੇਕ ਦੀ, ਜਿੱਥੇ ਕਾਫੀ ਜਿਹੜਾ ਮੌਬ ਹੈ, ਸੰਡੇ ਦਾ ਜਿਹੜਾ ਮੌਬ ਹੈ, ਉਹ ਸੈਟਰਡੇ ਦਾ ਜਿਹੜਾ ਮੌਬ ਹੈ, ਅੱਜ ਦੀ ਇੱਕ ਫੋਟੋ ਵੀ ਵਾਇਰਲ ਹੋ ਰਹੀ ਸੀ, ਉਹਦਾ ਵੀ ਮੌਬ ਹੈ। ਇਸ ਕਰਕੇ ਅੱਜ ਮੀਟਿੰਗ ਹੋਈ ਸੀ ਤੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਐਡਵਾਈਜ਼ਰ ਨੇ ਉਹਨਾਂ ਵੱਲੋਂ ਉਹਨੇ ਇੱਕ ਆਰਡਰ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਹੈ ਕਿ ਸੰਡੇ ਨੂੰ ਹੁਣ ਸੁਖਨਾ ਲੇਕ ਬੰਦ ਕਰ ਦਿੱਤੀ ਗਈ ਹੈ। ਯਾਨੀ ਕਿ ਹੁਣ ਕੋਈ ਵੀ ਟੂਰਿਸਟ ਜੇਕਰ ਚੰਡੀਗੜ੍ਹ ਸੁਖਨਾ ਲੇਕ ਤੇ ਘੁੰਮਣਾ ਚਾਹੁੰਦਾ ਹੈ ਤੇ ਉਹਨੂੰ ਸੰਡੇ ਨੂੰ ਉਦੋਂ ਪਰਮਿਸ਼ਨ ਜਿਹੜੀ ਹੈ ਉਹ ਨਹੀਂ ਮਿਲੇਗੀ। ਜਿਹੜਾ ਟਾਈਮ ਹੈ ਮੰਡੇ ਤੋਂ ਸੈਟਰਡੇ, ਇਹ ਜਿਹੜਾ ਟਾਈਮ ਹੈ ਉਹ ਵੀ ਜਿਹੜਾ ਹੈਗਾ ਉਹ ਮੈਂਸ਼ਨ ਕੀਤਾ ਗਿਆ। ਸਵੇਰੇ 5 ਵਜੇ ਤੋਂ ਲੈ ਕੇ 9 ਵਜੇ ਤੱਕ ਸਵੇਰੇ ਤੇ ਸ਼ਾਮ ਨੂੰ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੁਸੀਂ ਸਿਰਫ ਜਿਹੜਾ VOTING ਕਰਦੇ ਉੱਥੇ ਉਹ ਕਰ ਸਕਦੇ ਹੋ। ਇਹਦਾ ਕਾਰਨ ਕੀ ਹੈ ਗੌਰਵ? ਇਹਦਾ ਕਾਰਨ ਇਹ ਹੈ ਕਿ ਹੁਣ ਡੇ ਬਾਏ ਡੇ ਚੰਡੀਗੜ੍ਹ ਵਿੱਚ ਜਿਹੜੇ ਕਰੋਨਾ ਦੇ ਕੇਸਿਸ ਹੈ ਉਹਨਾਂ 'ਚ ਵਾਧਾ ਹੋਇਆ, ਸਭ ਤੋਂ ਵੱਡੀ ਗੱਲ। ਤੇ ਓਮਿਕਰੋਨ ਦੇ ਜਿਹੜੇ ਕੇਸਿਸ ਨੇ ਉਹ ਵੀ ਇੱਥੇ ਆਏ ਨੇ। ਤਾਂ ਇਸ ਕਰਕੇ ਜਿਹੜੇ ਕੋਵਿਡ ਦੀ ਜਿਹੜੀ ਸੰਖਿਆ ਵੱਧ ਰਹੀ ਹੈ, ਜਿਹੜੇ ਕੇਸਿਸ ਦੀ ਸੰਖਿਆ ਵੱਧਦੀ ਹੈ, ਕੰਟੇਨਮੈਂਟ ਜ਼ੋਨ ਵੀ ਜਿਹੜੇ ਆ ਉਹ ਡਿਕਲੇਅਰ ਕੀਤੇ ਜਾ ਰਹੇ ਨੇ। ਤਾਂ ਕਿਤੇ ਨਾ ਕਿਤੇ ਖਤਰਾ ਜਿਹੜਾ ਹੈ ਉਹ ਹਜੇ ਵੀ ਮੰਡਰਾ ਰਿਹਾ। ਇਸ ਕਰਕੇ ਕਿਸੇ ਵੀ ਤਰ੍ਹਾਂ ਦਾ ਕੋਈ ਰਿਸਕ ਜਿਹੜਾ ਹੈ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ, ਚੰਡੀਗੜ੍ਹ ਹੈਲਥ ਡਿਪਾਰਟਮੈਂਟ ਉਹ ਨਹੀਂ ਲੈਣਾ ਚਾਹੁੰਦਾ। ਮੈਂ ਥੋੜਾ ਇਹ ਚੀਜ਼ ਜਾਣਨੀ ਚਾਹੁੰਦਾ, ਤੁਸੀਂ ਕਹਿ ਰਹੇ ਹੋ ਕਿ ਸਵੇਰ ਦੇ ਸਮੇਂ VOTING ਦਾ ਸਮਾਂ ਤੈਅ ਕਰ ਦਿੱਤਾ ਗਿਆ, ਜਿਹੜੀਆਂ ਉੱਥੇ ਕਿਸ਼ਤੀਆਂ ਚੱਲਦੀਆਂ ਨੇ, ਸ਼ਾਮ ਦੇ ਸਮੇਂ ਔਰ ਸਵੇਰ ਦੇ ਸਮੇਂ VOTING ਹੋਵੇਗੀ। ਆਮ ਦਿਨਾਂ 'ਚ ਮੰਡੇ ਟੂ ਸੈਟਰਡੇ, ਸੋਮਵਾਰ ਤੋਂ ਸ਼ਨੀਵਾਰ ਤੱਕ, ਕਿ ਆਮ ਲੋਕ ਪੂਰਾ ਦਿਨ ਲੇਕ ਦੇ ਉੱਤੇ ਜਾ ਸਕਣਗੇ ਜਾਂ ਨਹੀਂ? ਲੇਕ ਬਿਲਕੁਲ ਲੇਕ ਤੇ ਜਾ ਸਕਣਗੇ। ਜਿਹੜਾ VOTING ਦਾ ਸਮਾਂ ਹੈ ਉਹ ਮੈਂਸ਼ਨ ਕੀਤਾ ਹੈ। ਹਾਲਾਂਕਿ ਸੰਡੇ ਨੂੰ, ਸਿਰਫ ਸੰਡੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ VOTING ਨਹੀਂ ਹੁੰਦੀ, ਨਾ ਹੋਏਗੀ, ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪਰਸਨ ਉੱਥੇ ਸੁਖਨਾ ਲੇਕ ਤੇ ਘੁੰਮ ਨਹੀਂ ਸਕਦਾ ਸੰਡੇ ਵਾਸਤੇ। ਹਾਲਾਂਕਿ ਸਿਰਫ ਤੁਸੀਂ ਘੁੰਮ ਸਕਦੇ ਹੋ, ਮੰਡੇ ਟੂ ਸੈਟਰਡੇ ਘੁੰਮ ਸਕਦੇ ਹੋ। VOTING ਦਾ ਸਮਾਂ ਜਿਹੜਾ ਹੈ ਉਹ ਮੈਂਸ਼ਨ ਕੀਤਾ ਹੈ, ਲੇਕਿਨ ਘੁੰਮਣ ਫਿਰਨ 'ਚ ਕਿਸੇ ਤਰ੍ਹਾਂ ਦੀ ਉਹ ਨਹੀਂ ਹੋਏਗੀ। ਲੇਕਿਨ ਸੰਡੇ ਨੂੰ
ਸਾਰਾ ਕੁਝ ਬੰਦ ਹੋਏਗਾ। ਯਾਨੀ ਕਿ ਜਿੱਦਾਂ ਪਹਿਲਾਂ ਕੀਤਾ ਸੀਗਾ, ਜਿਹੜੀ ਫਸਟ ਵੇਵ ਸੈਕੰਡ ਵੇਵ 'ਚ ਕੀਤਾ ਸੀਗਾ ਕਿ ਸੁਖਨਾ ਲੇਕ ਟੋਟਲੀ ਬੰਦ ਕਰ ਦਿੱਤੀ ਗਈ ਸੀ ਸੈਟਰਡੇ ਸੰਡੇ, ਲੇਕਿਨ ਇਸ ਵਾਰੀ ਫਿਰ ਸਟਾਰਟਿੰਗ ਕੀਤੀ ਹੈ। ਸੰਡੇ ਦਾ ਮੈਂਸ਼ਨ ਕੀਤਾ ਹੈ ਕਿ ਸੰਡੇ ਨੂੰ ਟੋਟਲੀ ਬੰਦ ਕੀਤਾ ਜਾਏਗਾ ਸੁਖਨਾ ਲੇਕ ਤੇ, ਨਾ ਬੋਟਿੰਗ ਹੋਏਗੀ ਨਾ ਉੱਥੇ ਆ ਕੇ ਕੋਈ ਘੁੰਮ ਸਕਦਾ। ਮੰਡੇ ਟੂ ਸੈਟਰਡੇ ਤੁਸੀਂ ਘੁੰਮ ਸਕਦੇ ਹੋ, ਲੇਕਿਨ ਬੋਟਿੰਗ ਦਾ ਜਿਹੜਾ ਟਾਈਮ ਹੈ ਉਹ ਮੈਂਸ਼ਨ ਕੀਤਾ ਗਿਆ। ਇਹਦੇ ਵਿੱਚ ਵੀ ਜਿਹੜੇ ਚਲਾਨ ਕੱਟਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ, ਐਸਡੀਐਮ ਦੀ ਜਿਹੜੀ ਟੀਮ ਹੈ, ਪੁਲਿਸ ਦੀ ਜਿਹੜੀ ਟੀਮ ਹੈ, ਉਹ ਵੀ ਉੱਥੇ ਜਿਹੜੀ ਹੈ ਨਜ਼ਰ ਰੱਖੇਗੀ। ਜਿਹੜਾ ਵੀ ਮਾਸਕ ਨਹੀਂ ਪਾਉਂਦਾ, ਸੋਸ਼ਲ ਡਿਸਟੈਂਸਿੰਗ ਜਿਹੜਾ ਉਹ ਨਹੀਂ ਕਰਦਾ, ਉਹਦੇ ਤੇ ਫਿਰ ਤੋਂ ਦੁਬਾਰਾ ਜਿਹੜੇ ਚਲਾਨ ਨੇ, ਜਿਹੜੀ ਵੀ ਪ੍ਰੋਸੈਸ ਹੈ ਉਹ ਕੀਤਾ ਜਾਏਗਾ। ਗੌਰਵ, ਸ਼ੁਕਰੀਆ ਮਨੋਜ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਸੋਮਵਾਰ ਤੋਂ ਸ਼ਨੀਵਾਰ ਤੱਕ ਦਾ ਇਹ ਸਮਾਂ ਤੈਅ ਕੀਤਾ ਗਿਆ ਬੋਟਿੰਗ ਦਾ। ਤੁਸੀਂ ਜਾ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਤੱਕ ਜੇਕਰ ਤੁਸੀਂ ਸੁਖਨਾ ਲੇਕ ਤੇ ਜਾਣਾ, ਪਰ ਧਿਆਨ ਰੱਖਿਓ ਕਿ ਤੁਹਾਡੇ ਡਬਲ ਵੈਕਸੀਨ ਯਾਨੀ ਕਿ ਵੈਕਸੀਨ ਦੀਆਂ ਦੋਵੇਂ ਡੋਜ਼ ਜ਼ਰੂਰ ਲੱਗੀਆਂ ਹੋਣ। ਜੇ ਇੱਕ ਲੱਗੀ ਹੈ ਤਾਂ ਫਿਰ ਦੂਜੀ ਦੀ ਅਜੇ ਡੇਟ ਨਹੀਂ ਆਈ ਤਾਂ ਕੋਈ ਦਿੱਕਤ ਨਹੀਂ। ਜੇਕਰ ਪਹਿਲੀ ਲੱਗੀ ਔਰ ਤੁਸੀਂ ਦੂਜੀ ਲਗਵਾਈ ਹੀ ਨਹੀਂ ਤਰੀਕ ਲੰਘਣ ਦੇ ਬਾਵਜੂਦ, ਫਿਰ ਤੁਹਾਨੂੰ ਉੱਥੇ ਜੁਰਮਾਨਾ ਵੀ ਲੱਗ ਸਕਦਾ ਹੈ। ਕੋਰੋਨਾ ਦੀ ਰਫ਼ਤਾਰ ਰੋਕਣ ਦੇ ਲਈ ਹਰਿਆਣਾ ਦੇ 5 ਜ਼ਿਲ੍ਹਿਆਂ ਦੇ ਵਿੱਚ ਮਿਨੀ ਲਾਕਡਾਊਨ ਦਾ ਹੁਕਮ ਜਾਰੀ ਕਰ ਦਿੱਤਾ ਗਿਆ। ਇਹਨਾਂ 5 ਜ਼ਿਲ੍ਹਿਆਂ ਦੇ ਵਿੱਚ ਬਾਜ਼ਾਰ ਸ਼ਾਮ 5 ਵਜੇ ਬੰਦ ਕਰਨ ਦੇ ਹੁਕਮ ਨੇ। ਸਰਕਾਰ ਨੇ ਗੁਰੂਗ੍ਰਾਮ, ਫਰੀਦਾਬਾਦ, ਅੰਬਾਲਾ, ਪੰਚਕੂਲਾ ਅਤੇ ਸੋਨੀਪਤ ਦੇ ਵਿੱਚ ਪਾਬੰਦੀਆਂ ਲਾਗੂ ਕਰ ਦਿੱਤੀਆਂ ਨੇ। ਹਰਿਆਣਾ ਸਰਕਾਰ ਨੇ ਸਕੂਲਾਂ ਨੂੰ ਮੁੜ ਤੋਂ ਬੰਦ ਕਰਨ ਦਾ ਫੈਸਲਾ ਲਿਆ। ਹਰਿਆਣਾ ਦੇ ਵਿੱਚ ਕੋਵਿਡ ਦੀ ਵਜ੍ਹਾ ਦੇ ਨਾਲ 3 ਤੋਂ 12 ਜਨਵਰੀ ਤੱਕ ਸਕੂਲ ਬੰਦ ਰਹਿਣਗੇ। ਨਾਲ ਹੀ ਕਾਲਜਿਸ ਦੇ ਵਿੱਚ ਵੀ ਫਿਜ਼ੀਕਲ ਕਲਾਸਾਂ ਬੰਦ ਕਰ ਦਿੱਤੀਆਂ ਗਈਆਂ ਨੇ। ਪੰਜਾਬ ਦੇ ਫਤਿਹਗੜ੍ਹ ਸਾਹਿਬ ਦਾ ਇੱਕ ਸ਼ਖਸ ਓਮਿਕਰੋਨ ਦੇ ਨਾਲ ਪੀੜਤ ਪਾਇਆ ਗਿਆ ਹੈ। ਇਹ ਸ਼ਖਸ ਦਿੱਲੀ 에ਅਰਪੋਰਟ ਤੋਂ ਸਿੱਧਾ ਹਿਮਾਚਲ ਗਿਆ ਸੀ, ਜਿਸ ਨੂੰ ਹਿਮਾਚਲ ਦੇ ਹਸਪਤਾਲ ਦੇ ਵਿੱਚ ਭਰਤੀ ਕੀਤਾ ਗਿਆ। ਪਾਣੀਪਤ ਦੇ ਵਿੱਚ 37 ਸਾਲ ਦੀ ਮਹਿਲਾ ਦੇ ਵਿੱਚ ਓਮਿਕਰੋਨ ਦੀ ਤਸਦੀਕ ਹੋਈ ਹੈ। ਇਹ ਮਹਿਲਾ 20 ਦਸੰਬਰ ਨੂੰ ਅਮਰੀਕਾ ਤੋਂ ਆਈ ਸੀ, ਜਿਸ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਦਿੱਲੀ 'ਚ 24 ਘੰਟਿਆਂ 'ਚ ਕੋਰੋਨਾ ਦੇ 3194 ਨਵੇਂ ਕੇਸ ਸਾਹਮਣੇ ਆਏ। ਇਸ ਦੇ ਨਾਲ ਹੀ 1156 ਲੋਕ ਸਿਹਤਯਾਬ ਵੀ ਹੋਏ ਨੇ। ਉਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੂੰ ਕੋਰੋਨਾ ਤੋਂ ਡਰਨ ਦੀ ਜ਼ਰੂਰਤ ਨਹੀਂ, ਲੋਕ ਕੋਰੋਨਾ ਹਦਾਇਤਾਂ ਦੀ ਪਾਲਣਾ ਕਰਨ ਅਤੇ ਮਾਸਕ ਪਾ ਕੇ ਰੱਖਣ। ਵੱਡੀ ਗਿਣਤੀ ਦੇ ਵਿੱਚ ਸੈਲਾਨੀ ਮਨਾਲੀ ਪਹੁੰਚੇ, ਜਿੱਥੇ ਉਹਨਾਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਤੇ ਜ਼ਿਆਦਾਤਰ ਸੈਲਾਨੀ ਬਿਨਾਂ ਮਾਸਕ ਤੋਂ ਹੀ ਘੁੰਮਦੇ ਹੋਏ ਨਜ਼ਰ ਆਏ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਅੰਬਾਲਾ ਪੁਲਿਸ ਨੇ ਸਖਤੀ ਕਰ ਦਿੱਤੀ ਹੈ ਤੇ ਨਾਕੇ ਲਗਾ ਕੇ ਲੋਕਾਂ ਨੂੰ ਮਾਸਕ ਲਗਾਉਣ ਦੇ ਲਈ ਕਿਹਾ ਜਾ ਰਿਹਾ ਹੈ, ਜਦਕਿ ਕਈਆਂ ਦੇ ਚਲਾਨ ਵੀ ਕੱਟੇ ਗਏ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ 8 ਜਨਵਰੀ ਨੂੰ ਕੈਥਲ ਦੇ ਵਿੱਚ ਹੋਣ ਵਾਲੀ ਰੈਲੀ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਓਮਿਕਰੋਨ ਦੇ ਖਤਰੇ ਨੂੰ ਵੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਮੁੱਖ ਮੰਤਰੀ ਚੰਨੀ ਦੇ ਇਲਜ਼ਾਮਾਂ ਤੇ ਰਾਜਪਾਲ ਪੁਰੋਹਿਤ ਨੇ ਕਿਹਾ ਕਿ 31 ਦਸੰਬਰ ਨੂੰ ਫਾਈਲ ਵਾਪਸ ਭੇਜ ਦਿੱਤੀ ਗਈ ਸੀ ਅਤੇ ਸਰਕਾਰ ਤੋਂ 6 ਨੁਕਤਿਆਂ ਤੇ ਸਪਸ਼ਟੀਕਰਨ ਮੰਗਿਆ ਗਿਆ ਹੈ। ਮੁੱਖ ਮੰਤਰੀ ਚੰਨੀ ਨੇ ਰਾਜਪਾਲ ਤੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਫਾਈਲ ਰੋਕਣ ਦੇ ਇਲਜ਼ਾਮ ਲਗਾਏ ਸਨ। ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਿੱਧੂ ਤੇ ਸ਼ਬਦੀ ਵਾਰ ਕੀਤਾ ਤੇ ਕਿਹਾ ਕਿ ਜਦ ਤੋਂ ਮੈਨੂੰ ਗ੍ਰਹਿ ਮੰਤਰਾਲਾ ਮਿਲਿਆ ਉਸ ਵੇਲੇ ਤੋਂ ਹੀ ਸਿੱਧੂ ਨਾਰਾਜ਼ ਨੇ। ਹਾਈ ਕਮਾਨ ਜਦੋਂ ਕਹੇਗੀ ਮੈਂ ਹਲੀਮੀ ਨਾਲ ਆਪਣਾ ਮੰਤਰਾਲਾ ਵਾਪਸ ਕਰ ਦਿਆਂਗਾ ਅਤੇ ਮੈਂ ਪੰਜਾਬ ਦੀ ਕੀਮਤ ਤੇ ਸਿੱਧੂ ਦੇ ਲਈ ਸਿਆਸਤ ਛੱਡਣ ਨੂੰ ਵੀ ਤਿਆਰ ਹਾਂ। ਸਿੱਧੂ ਦੇ ਲਾੜੇ ਵਾਲੇ ਬਿਆਨ ਨੂੰ ਲੈ ਕੇ ਵੀ ਸੁਖਜਿੰਦਰ ਰੰਧਾਵਾ ਨੇ ਨਿਸ਼ਾਨੇ ਸਾਧੇ ਅਤੇ ਕਿਹਾ ਕਿ ਸਿੱਧੂ ਕਾਂਗਰਸ ਦਾ ਕਲਚਰ ਸਮਝਣ। ਉਹਨਾਂ ਸਪਸ਼ਟ ਕਰ ਦਿੱਤਾ ਕਿ ਮੁੱਖ ਮੰਤਰੀ ਚਿਹਰਾ ਵਿਧਾਇਕ ਹੀ ਤੈਅ ਕਰਨਗੇ। ਮਜੀਠੀਆ ਦੀਆਂ ਵਾਇਰਲ ਤਸਵੀਰਾਂ ਤੇ ਗ੍ਰਹਿ ਮੰਤਰੀ ਰੰਧਾਵਾ ਨੇ ਵੱਡਾ ਦਾਅਵਾ ਕੀਤਾ ਅਤੇ ਕਿਹਾ ਕਿ ਇਹ ਤਸਵੀਰਾਂ ਪੁਰਾਣੀਆਂ ਨੇ। ਉਹਨਾਂ ਕਿਹਾ ਕਿ ਮਜੀਠੀਆ ਕਿਸ ਚੀਜ਼ ਤੋਂ ਡਰ ਰਹੇ ਨੇ, ਪੁਲਿਸ ਤੋਂ ਭੱਜ ਰਹੇ ਨੇ ਤਾਂ ਨਸ਼ੇ ਵੇਚਣ ਵਾਲਿਆਂ ਦੇ ਖਿਲਾਫ ਕਾਨੂੰਨ ਦੇ ਤਹਿਤ ਕਾਰਵਾਈ ਹੋ ਰਹੀ ਹੈ। ਫਗਵਾੜਾ ਦੇ ਵਿੱਚ ਨਵਜੋਤ ਸਿੱਧੂ ਨੇ ਅਕਾਲੀ ਦਲ ਅਤੇ ਬੀਜੇਪੀ ਤੇ ਇਲਜ਼ਾਮ ਲਗਾਏ ਅਤੇ ਕਿਹਾ ਕਿ ਇਹ ਦੋਵੇਂ ਪਾਰਟੀਆਂ ਅੰਦਰ ਖਾਤੇ ਮਿਲੀਆਂ ਹੋਈਆਂ ਨੇ। ਸਿੱਧੂ ਨੇ ਕਿਹਾ ਕਿ ਅਕਾਲੀ ਦਲ ਨੂੰ ਪਾਈ ਵੋਟ ਬੀਜੇਪੀ ਨੂੰ ਜਾਏਗੀ ਅਤੇ ਬੀਜੇਪੀ ਨੂੰ ਪਾਈ ਵੋਟ ਅਕਾਲੀ ਦਲ ਨੂੰ ਜਾਏਗੀ। ਮੋਗਾ ਪਹੁੰਚੇ ਪੰਜਾਬ ਬੀਜੇਪੀ ਦੇ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ ਨੇ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨੇ ਤੇ ਲਿਆ ਅਤੇ ਕਿਹਾ ਕਿ ਸਿੱਧੂ ਦੇ ਬਿਆਨਾਂ ਦੀ ਤਾਂ ਉਹਨਾਂ ਦੇ ਆਪਣੇ ਮੰਤਰੀ ਹੀ ਆਲੋਚਨਾ ਕਰਦੇ ਨੇ। ਨਾਲ ਹੀ ਉਹਨਾਂ ਕਿਹਾ ਕਿ ਮਜੀਠੀਆ ਦੀ ਗ੍ਰਿਫਤਾਰੀ ਨਾ ਹੋਣਾ ਸੂਬਾ ਸਰਕਾਰ ਦੀ ਨਾਕਾਮੀ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਕੋ ਇੰਚਾਰਜ ਰਾਘਵ ਚੱਡਾ ਨੇ ਚੰਨੀ ਸਰਕਾਰ ਤੇ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਮਜੀਠੀਆ ਤੇ FIR ਮਹਿਜ਼ ਚੋਣ ਸਟੰਟ ਹੈ। ਬਾਦਲਾਂ ਤੇ CM ਚੰਨੀ ਵਿਚਾਲੇ ਗੁਪਤ ਸਮਝੌਤਾ ਹੋਇਆ ਹੈ। ਉਹਨਾਂ ਕਿਹਾ ਕਿ ਸਰਕਾਰ ਜਾਣਬੁੱਝ ਕੇ ਮਜੀਠੀਆ ਨੂੰ ਬਚਾ ਰਹੀ ਹੈ। ਬਠਿੰਡਾ 'ਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਉੜੀਆ ਕਾਲਨੀ ਦੇ ਵਿੱਚ 51 ਨਵੇਂ ਮਕਾਨ ਬਣਾਉਣ ਦੀ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਉਹ ਕਾਂਗਰਸ ਦੇ ਵਿੱਚ ਰਹਿ ਕੇ ਚੋਣ ਲੜਨਗੇ, ਕਿਸੇ ਦੂਜੀ ਪਾਰਟੀ ਵਿੱਚ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਚੰਡੀਗੜ੍ਹ 'ਚ ਵਾਰਡ ਨੰਬਰ 10 ਤੋਂ ਕਾਂਗਰਸ ਕੌਂਸਲਰ ਹਰਪ੍ਰੀਤ ਕੌਰ ਬੱਬਲਾ ਤੇ ਉਹਨਾਂ ਦੇ ਪਤੀ ਦਵਿੰਦਰ ਬੱਬਲਾ ਬੀਜੇਪੀ 'ਚ ਸ਼ਾਮਲ ਹੋ ਗਏ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅਤੇ ਕਿਰਨ ਖੇਰ ਨੇ
ਉਹਨਾਂ ਦਾ ਪਾਰਟੀ 'ਚ ਸਵਾਗਤ ਕੀਤਾ। ਫਾਜ਼ਿਲਕਾ 'ਚ ਈਟੀਟੀ ਪਾਸ ਬੇਰੁਜ਼ਗਾਰਾਂ ਨੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ ਵਿਰੋਧ ਕੀਤਾ। ਪ੍ਰਦਰਸ਼ਨਕਾਰੀਆਂ ਨੇ ਉਹਨਾਂ ਦੀ ਗੱਡੀ ਨੂੰ ਘੇਰ ਲਿਆ ਤੇ ਕਈ ਪ੍ਰਦਰਸ਼ਨਕਾਰੀ ਗੱਡੀ ਦੇ ਅੱਗੇ ਲੇਟ ਗਏ। ਇਸ ਦੌਰਾਨ ਪੁਲਿਸ ਦੀ ਪ੍ਰਦਰਸ਼ਨਕਾਰੀਆਂ ਦੇ ਨਾਲ ਧੱਕਾ-ਮੁੱਕੀ ਵੀ ਹੋਈ। ਬੇਅਦਬੀਆਂ ਦੇ ਵਿਰੋਧ ਦੇ ਵਿੱਚ ਅਕਾਲੀ ਦਲ ਨੇ ਅੰਮ੍ਰਿਤਸਰ 'ਚ ਪੰਥਕ ਇਕੱਠ ਕੀਤਾ। ਇਸ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਬੇਅਦਬੀ ਦਾ ਕੋਈ ਦੁੱਖ ਨਹੀਂ ਅਤੇ ਸਾਨੂੰ ਆਪਣੇ ਧਰਮ ਦੀ ਰਾਖੀ ਖੁਦ ਹੀ ਕਰਨੀ ਹੋਵੇਗੀ। ਖੇਮਕਰਨ ਦੇ ਪਿੰਡ ਘਰਿਆਲਾ ਦੇ ਵਿੱਚ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਵਿਰੋਧੀ ਪਾਰਟੀਆਂ ਦੇ ਝੂਠੇ ਵਾਅਦਿਆਂ ਦੇ ਵਿੱਚ ਨਹੀਂ ਆਉਣਗੇ ਅਤੇ ਸੂਬੇ ਦੀ ਆਪਣੀ ਪਾਰਟੀ ਅਕਾਲੀ ਦਲ ਦੀ ਸਰਕਾਰ ਬਣਾਉਣਗੇ। ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਲੁਧਿਆਣਾ ਦੇ ਗਿੱਲ ਹਲਕੇ ਦੇ ਵਿੱਚ ਇੱਕ ਚੋਣ ਰੈਲੀ ਕੀਤੀ ਅਤੇ ਪਾਰਟੀ ਵਰਕਰਾਂ ਅਤੇ ਲੋਕਾਂ ਨੂੰ ਸੰਬੋਧਿਤ ਕੀਤਾ। ਮੇਘਾਲੇ ਦੇ ਰਾਜਪਾਲ ਸਤਿਪਾਲ ਮਲਿਕ ਚਰਖੀ ਦਾਦਰੀ ਪਹੁੰਚੇ, ਜਿੱਥੇ ਉਹਨਾਂ ਕੇਂਦਰ ਨੂੰ ਨਸੀਹਤ ਦੇ ਨਾਲ ਐਮਐਸਪੀ ਤੇ ਕਾਨੂੰਨ ਬਣਾਉਣ ਦੀ ਅਪੀਲ ਕੀਤੀ। ਨਸੀਹਤ ਦਿੱਤੀ ਕਿ ਸਹੀ ਨੀਅਤ ਦੇ ਨਾਲ ਕਾਨੂੰਨ ਬਣਾਇਆ ਜਾਵੇ ਅਤੇ ਕਿਹਾ ਕਿ ਜੇ ਕਾਨੂੰਨ ਨਾ ਬਣੇ ਤਾਂ ਕਿਸਾਨ ਅੰਦੋਲਨ ਮੁੜ ਤੋਂ ਖੜਾ ਹੋ ਸਕਦਾ ਹੈ। ਸੰਗਰੂਰ ਦੇ ਸੀਆਰਪੀਐਫ ਦੇ ਸ਼ਹੀਦ ਜਵਾਨ ਵਰਿੰਦਰ ਸਿੰਘ ਦੀ ਮ੍ਰਿਤਕ ਦੇ ਲਹਿਰਾਗਾ ਗਾਉਣ ਦੇ ਜੱਦੀ ਪਿੰਡ ਪਹੁੰਚੀ। ਇਸ ਦੌਰਾਨ ਪੂਰੇ ਸ਼ਹਿਰ ਨੇ ਨਮ ਅੱਖਾਂ ਦੇ ਨਾਲ ਸ਼ਹੀਦ ਨੂੰ ਅੰਤਿਮ ਵਿਦਾਈ ਦਿੱਤੀ। ਇਸ ਮੌਕੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਵੀ ਮੌਜੂਦ ਸਨ। ਜੰਮੂ ਕਸ਼ਮੀਰ ਦੇ ਕੇਰਨ ਸੈਕਟਰ ਦੇ ਵਿੱਚ ਸੁਰੱਖਿਆ ਦਸਤਿਆਂ ਨੇ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਮੁਕਾਇਆ। ਮ੍ਰਿਤਕ ਦੇ ਕੋਲੋਂ ਇੱਕ AK-47 ਅਤੇ 7 ਗ੍ਰੇਨੇਡ ਬਰਾਮਦ ਹੋਏ। ਟਾਂਡਾ ਦੇ ਜਾਜਾ ਪਿੰਡ ਦੇ ਵਿੱਚ ਪਤੀ ਪਤਨੀ ਦੇ ਕਤਲ ਮਾਮਲੇ ਨੂੰ ਪੁਲਿਸ ਨੇ ਹੱਲ ਕਰ ਲਿਆ। ਪੁਲਿਸ ਨੇ ਮ੍ਰਿਤਕਾਂ ਦੀ ਨੂੰਹ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ। ਇਲਜ਼ਾਮ ਹੈ ਕਿ ਮਹਿਲਾ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਪਲਵਲ ਦੇ ਪਿੰਡ ਆਲਹਾਪੁਰ ਦੇ ਵਿੱਚ ਇੱਕ ਵਿਆਹੁਤਾ ਮਹਿਲਾ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੇਕਾ ਪਰਿਵਾਰ ਸਹੁਰਿਆਂ ਤੇ ਮਹਿਲਾ ਨੂੰ ਪਰੇਸ਼ਾਨ ਕਰਨ ਦਾ ਇਲਜ਼ਾਮ ਲਗਾ ਰਿਹਾ ਹੈ। ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ ਤੇ ਪੁਲਿਸ ਨੇ ਮਹਿਲਾ ਦੇ ਪਤੀ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਖੰਨਾ 'ਚ ਠੇਕਾ ਮੁਲਾਜ਼ਮ ਸੰਘਰਸ਼ ਯੂਨੀਅਨ ਦੇ ਧਰਨੇ ਦੇ ਵਿੱਚ ਇੱਕ ਐਂਬੂਲੈਂਸ ਫਸ ਗਈ, ਜਿਸ ਕਾਰਨ ਐਂਬੂਲੈਂਸ 'ਚ ਸਵਾਰ ਇੱਕ ਬਿਮਾਰ ਬੱਚੇ ਦੀ ਮੌਤ ਹੋ ਗਈ। ਡਰਾਈਵਰ ਨੇ ਕਿਹਾ ਕਿ ਪ੍ਰਦਰਸ਼ਨ ਕਾਰਨ ਐਂਬੂਲੈਂਸ ਨੂੰ ਜਾਣ ਦਾ ਰਾਹ ਨਹੀਂ ਮਿਲ ਰਿਹਾ ਸੀ। ਬਟਾਲਾ ਦੇ ਮੁਹੱਲਾ ਮਲਾਵੇ ਦੀ ਕੋਠੀ ਦੇ ਵਿੱਚ ਪਤੰਗਬਾਜ਼ੀ ਨੂੰ ਲੈ ਕੇ ਦੋ ਧਿਰਾਂ ਦੇ ਵਿਚਾਲੇ ਫਾਇਰਿੰਗ ਹੋ ਗਈ, ਜਿਸ ਕਾਰਨ 12 ਸਾਲ ਦਾ ਇੱਕ ਬੱਚਾ ਜ਼ਖਮੀ ਹੋ ਗਿਆ, ਜਿਸ ਨੂੰ ਫੌਰਨ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਖਤਰੇ ਤੋਂ ਹੁਣ ਬਾਹਰ ਦੱਸੀ ਜਾ ਰਹੀ ਹੈ। ਟਾਂਡਾ ਦੇ ਪਿੰਡ ਖੁਨਖੁਨ ਕਲਾਂ ਦੇ ਵਿੱਚ ਫੁੱਟਬਾਲ ਮੈਚ ਦੌਰਾਨ ਦੋ ਟੀਮਾਂ ਦੇ ਸਮਰਥਕ ਆਪਸ ਦੇ ਵਿੱਚ ਭਿੜ ਗਏ ਅਤੇ ਦੋਵੇਂ ਧਿਰਾਂ ਨੇ ਇੱਕ ਦੂਜੇ ਤੇ ਫਾਇਰਿੰਗ ਵੀ ਕੀਤੀ, ਜਿਸ ਕਾਰਨ ਕਈ ਨੌਜਵਾਨ ਜ਼ਖਮੀ ਹੋ ਗਏ। ਦੀਨਾਨਗਰ ਦੇ ਪਿੰਡ ਪਟੋਆ ਦੇ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ 21 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਏ ਕਿ ਪਿੰਡ ਦੇ ਵਿੱਚ ਸ਼ਰੇਆਮ ਨਸ਼ਾ ਵਿਕਦਾ ਹੈ। ਪਰਿਵਾਰ ਨੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ। ਹੁਣ ਅੱਗੇ ਵਧਦੇ ਹਾਂ, ਕੁਝ ਖਬਰਾਂ ਵਿਸਥਾਰ ਦੇ ਨਾਲ ਦੇਖਾਂਗੇ। ਗੱਲ ਹੋਵੇਗੀ ਦਿੱਲੀ ਦੀ। ਦਿੱਲੀ ਦੇ ਵਿੱਚ ਪੀਣ ਵਾਲੇ ਪਾਣੀ ਦੀ। ਦਿੱਲੀ ਦੇ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ ਕਿਸੇ ਸਮੇਂ ਸੀ, ਪਰ ਮੌਜੂਦਾ ਸਮੇਂ ਦੇ ਵਿੱਚ ਹਾਲਾਤ ਕੀ ਨੇ, ਦਿੱਲੀ ਦੇ ਲੋਕ ਕੀ ਕੁਝ ਕਹਿ ਰਹੇ ਨੇ, ਰਿਪੋਰਟ ਤੁਹਾਨੂੰ ਦਿਖਾਉਂਦੇ ਹਾਂ। ਪਹਿਲਾਂ ਦਿੱਲੀ ਦੇ ਵਿੱਚ ਪਾਣੀ ਦੀ ਕਿੱਲਤ ਬਹੁਤ ਹੁੰਦੀ ਸੀ। ਦਿੱਲੀ ਜਲ ਬੋਰਡ ਦੇ ਟੈਂਕਰ ਬੁਲਾਏ ਜਾਂਦੇ ਸਨ ਤੇ ਲੋਕਾਂ ਨੂੰ ਲੰਬੀਆਂ-ਲੰਬੀਆਂ ਕਤਾਰਾਂ ਦੇ ਵਿੱਚ ਲੱਗ ਕੇ ਪਾਣੀ ਭਰਨਾ ਪੈਂਦਾ ਸੀ ਤੇ ਕਈ ਵੀ ਲਾਈਨਾਂ ਦੇ ਵਿੱਚ ਲੱਗੇ ਲੋਕਾਂ ਦੀ ਲੜਾਈ ਹੋ ਜਾਂਦੀ ਸੀ। ਪਰ ਹੁਣ ਦਿੱਲੀ ਸਰਕਾਰ ਘਰਾਂ ਤੱਕ ਪਾਣੀ ਦੀ ਪਾਈਪਲਾਈਨ ਵਿਛਾ ਰਹੀ ਹੈ, ਜਿਸ ਨੂੰ ਲੈ ਕੇ ਲੋਕਾਂ ਨੂੰ ਕਾਫੀ ਲਾਭ मिले। सबको घर तक पानी पहुंचता है, टाइम से पानी आ रहा है, किसी चीज की कोई दिक्कत नहीं है, ना पानी की ना लाइट की। रोड भी बढ़िया हो गए हैं। नहीं वो नहीं होती है, पानी भी सही टाइम से आ रखा है, बिजली लाइट सब कुछ अच्छा है, बहुत अच्छा कर रही सरकार। हाँ जी, पानी भी पहुंच रहा है, लाइट भी फ्री कर रखी है, बस भी फ्री कर रखी है। पानी के टैंकर न बस लाल होकर पानी दो, दोनों टाइम पानी आता है। अरे यहाँ पहले स्टार्टिंग में 2 टैंकर आ रहे थे जी, पूरी कॉलोनी में 2 टैंकर से कम 50 टैंकर करवाए हमने। अभी जी बहुत गहरा गड्ढा हुआ करता था 2-2 मंजिल का। जब से केजरीवाल जो है ना, तब से रोड भी बन गया, पानी भी आ गया। टैंकर में पानी भरना पड़ता था, उठाना पड़ता था, बड़े बड़े डब्बे उठाने पड़ते थे। ਦਿੱਲੀ ਵਾਸੀਆਂ ਦਾ ਕਹਿਣਾ ਹੈ ਕਿ ਹੁਣ ਸਵੇਰੇ ਸ਼ਾਮ ਨਿਰੰਤਰ ਪਾਣੀ ਆਉਂਦਾ ਹੈ ਤੇ ਸਰਕਾਰ ਦੇ ਵੱਲੋਂ ਪਾਣੀ ਦਾ ਬਿੱਲ ਵੀ ਮਾਫ ਹੈ, ਜਿਸ ਦੇ ਨਾਲ ਗਰੀਬ ਲੋਕਾਂ ਨੂੰ ਕਾਫੀ ਰਾਹਤ ਮਿਲ ਰਹੀ ਹੈ। ਦਿੱਲੀ ਵਾਸੀਆਂ ਦਾ ਹੁਣ ਇੱਕੋ ਹੀ ਨਾਰਾ ਹੈ, ਬਿੱਲ ਮਾਫ ਹੈ, ਪਾਣੀ ਸਾਫ ਹੈ।